ਤੁਸੀਂ ਸਾਰੇ ਮਹਿਕਮੇ ਦੇ ਵਿੱਚ ਪਤਾ ਕਰ ਸਕਦੇ ਹੋ ਕਿ ਅਸੀਂ ਕਿਹੜੇ ਮਹਿਕਮੇ 'ਚ ਕਿੰਨੇ ਲੋਕਾਂ ਨੂੰ ਪੱਕੀਆਂ ਨੌਕਰੀਆਂ ਤੇ ਕਿੰਨੇ ਰੁਜ਼ਗਾਰ ਦਿੱਤੇ ਆ। ਔਰ ਜਿਹੜੀ ਤੁਹਾਡਾ ਕੁਐਸਚਨ ਹੈ ਸੜਕਾਂ ਦਾ, ਮੇਨ ਜਿਹੜੀਆਂ ਸੜਕਾਂ ਨੇ, ਵੈਸੇ ਤਾਂ ਤਕਰੀਬਨ ਸਾਡੇ ਹਲਕੇ ਦੇ ਵਿੱਚ 80% ਸੜਕਾਂ ਜਿਹੜੀਆਂ ਬਣ ਚੁੱਕੀਆਂ, 20% ਜਿਹੜੀਆਂ ਸੜਕਾਂ ਰਹਿ ਗਈਆਂ। ਇਹ ਜਿਹੜੀ 4-5 ਮਹੀਨੇ ਹੈ ਇਹਦੇ ਵਿੱਚ ਉਹਨਾਂ ਦੇ ਟੈਂਡਰ ਵੀ ਲੱਗ ਚੁੱਕੇ ਬਣੀ ਪਿਛਲੇ 4.5 ਸਾਲ ਦੇ ਵਿੱਚ। ਇਹ ਜਿਹੜੀ ਗੱਲ ਕਰਦੇ ਨੇ ਮਲਕਪੁਰ ਤੋਂ ਲੈ ਕੇ ਨਰੋੜ ਜਾਮਲ ਸਿੰਘ ਤੱਕ ਦੀ, ਉਹ ਸਾਰੀ ਦੀ ਸਾਰੀ ਸੜਕ ਅਜੇ ਵੀ ਟੁੱਟੀ ਹੋਈ ਹੈ। ਤੁਸੀਂ ਕੋਲੀਆਂ ਤੋਂ ਲੈ ਕੇ ਨਰੋੜ ਜਾਮਲ ਸਿੰਘ ਤੱਕ ਜਾ ਕੇ ਦੇਖੋ, ਤੁਸੀਂ ਚੱਲ ਨਹੀਂ ਸਕਦੇ ਰੋਡ ਦੇ ਉੱਤੇ। ਇਹ ਸਾਰਾ ਦਾ ਸਾਰਾ ਇਹਨਾਂ ਦੀਆਂ ਗਲਤ ਨੀਤੀਆਂ ਜਿਹੜੀਆਂ ਉਹਨਾਂ ਦੇ ਕਾਰਨ ਹੋਇਆ। ਹੈਵੀ ਇੰਡਸਟਰੀ ਇਹਨਾਂ ਨੇ ਲਿਆਂਦੀ, ਇਲੀਗਲ ਮਾਈਨਿੰਗ ਕੀਤੀ, ਵੱਡੇ ਟਰਾਲੇ ਸੜਕਾਂ ਦੇ ਉੱਤੇ ਚਲਾਏ। ਜੇ ਚਲਾਉਣੇ ਸੀਗੇ ਤੇ ਉਹਦੇ ਲਈ ਕੋਈ ਕਮਰਸ਼ੀਅਲ ਲੇਨਸ ਬਣਾਉਂਦੇ, ਕੋਈ ਵਿਜ਼ਨ ਲੈ ਕੇ ਵਿਧਾਨ ਸਭਾ ਦੇ ਵਿੱਚ ਜਾਂਦੇ, ਪਰ ਵਿਧਾਨ ਸਭਾ ਦੇ ਵਿੱਚ ਜਾ ਕੇ ਸਿਰਫ ਆਪਣੀ ਹਾਜ਼ਰੀ ਲਾ ਲੈਂਦੇ। ਜਦੋਂ ਇੱਕ ਰੋਡ ਦੇ ਉੱਤੇ ਕੋਈ ਟਰਾਲਾ ਨਵਾਂ ਆਉਂਦਾ ਹੈ, ਜਦੋਂ ਕੰਪਨੀ ਸੇਲ ਕਰਦੀ ਹੈ ਤੇ ਜਿਹੜਾ ਮਾਲਕ ਰੋਡ ਤੋਂ ਟਰਾਲਾ ਲੈਂਦੇ ਆ, ਪਰ ਉਸ ਟਰਾਲੇ ਦੀ ਕੀਮਤ ਦਾ ਜਿਹੜਾ ਰੋਡ ਟੈਕਸ ਆਲਰੇਡੀ ਸਰਕਾਰ ਐਡਵਾਂਸ ਪਹਿਲੇ ਹੀ ਲੈ ਲੈਂਦੀ ਹੈ। ਤੇ ਮੈਂ ਉਹਨਾਂ ਨੂੰ ਕਹਾਂਗਾ ਕਿ ਜੇ ਤੁਹਾਡੇ ਕੋਲ ਕਦੇ ਵਕਤ ਹੋਵੇ ਤੇ ਪਰਮਾਨੰਦ ਤੋਂ ਲੈ ਕੇ ਨਰੂਰ ਜੈਮਲ ਸਿੰਘ, ਪੁਰਾਣੇ ਤਾਰਾਗੜ੍ਹ ਤੋਂ ਲੈ ਕੇ ਤੇ ਜਿਹੜਾ ਹੈਗਾ ਵਾਇਆ ਭਰਿਆਲ ਲਾੜੀ, ਜਿਹੜਾ ਉਹ ਰੋਡ ਜਿਹੜਾ ਧੋਬੇ ਨੂੰ ਮਿਲਦਾ, ਉਹ ਵੀ ਰੋਡ ਦੀ ਸਥਿਤੀ ਦੇਖ ਲੈਣ। ਤੇ ਜਿਹੜੇ ਪਿੰਡਾਂ ਨੂੰ ਰੋਡ ਜਾਂਦੇ ਨੇ ਬਾਕੀ ਉਹਨਾਂ ਦੀ ਸਥਿਤੀ ਵੀ ਦੇਖ ਲੈਣ। ਉਹ ਕਹਿੰਦੇ ਨੇ ਕਿ 80%, ਮੈਂ ਸਮਝਣਾ ਕਿ ਭੋਏ ਹਲਕੇ ਦੀਆਂ 90% ਸੜਕਾਂ ਜਿਹੜੀਆਂ ਨੇ ਉਹ ਚੱਲਣਯੋਗ ਬਿਲਕੁਲ ਹਾਲਤ ਵਿੱਚ ਨਹੀਂ ਹੈਗੀ। ਦੇਖ ਰਹੇ ਹੋ ਬੌਸ ਪੰਜਾਬੀ ਨਿਊਜ਼। ਇੰਨੀਆਂ ਬਦਲੀਆਂ ਤਸਵੀਰਾਂ, ਕੀ ਨੇ ਹਾਲਾਤ ਹਲਕੇ ਭੋਏ ਦੇ, ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ। ਤੁਹਾਨੂੰ ਮੈਂ ਦਿਖਾਵਾਂਗਾ ਕਿ ਭੋਏ ਹਲਕੇ ਦੇ ਵਿੱਚ ਕਿੰਨਾ ਵਿਕਾਸ ਹੋਇਆ, ਕਿੰਨੀਆਂ ਜਿਹੜੀਆਂ ਤਸਵੀਰਾਂ ਬਦਲੀਆਂ ਨੇ, ਜਿੱਥੇ ਪ੍ਰਸ਼ਾਸਨ ਦੇ ਸ਼ਾਸਨ ਦੇ ਵੱਡੇ ਦਾਅਵੇ ਨੇ ਕਿ ਉਹ ਹਕੀਕਤ ਦੇ ਵਿੱਚ ਸੱਚ ਨੇ। ਬੌਸ ਨਿਊਜ਼ ਦੀ ਪਹਿਲ ਰਹਿੰਦੀ ਹੈ ਕਿ ਤੁਹਾਨੂੰ ਹਰ ਖਬਰ ਨਾਲ ਜਾਣੂ ਕਰਵਾਇਆ ਜਾਏ। ਇਸੇ ਕੜੀ ਦੇ ਵਿੱਚ ਅੱਜ ਅਸੀਂ ਤੁਹਾਨੂੰ ਭੋਏ ਹਲਕੇ ਦੀਆਂ ਕਿੰਨੀਆਂ ਬਦਲੀਆਂ ਤਸਵੀਰਾਂ ਦਿਖਾਵਾਂਗੇ। ਤੁਸੀਂ ਇਹ ਰਿਪੋਰਟ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਕਿ ਭੋਏ ਹਲਕੇ ਦੇ ਵਿੱਚ ਕਿੰਨੀ ਡਿਵੈਲਪਮੈਂਟ ਹੋਈ ਹੈ, ਕਿੰਨਾ ਵਿਕਾਸ ਹੋਇਆ, ਅਸੀਂ ਇਸ ਖਾਸ ਰਿਪੋਰਟ ਦੇ ਵਿੱਚ ਤੁਹਾਨੂੰ ਦਿਖਾਵਾਂਗੇ। ਹਾਂਜੀ ਸੜਕਾਂ ਬਹੁਤ ਮਾੜੀਆਂ ਨੇ ਜੀ। 15-16 ਸਾਲ ਹੀ ਹੋ ਗਏ ਸੜਕਾਂ ਦੇ ਬਹੁਤ ਬੜੀ ਮਾੜੀ ਹਾਲਤ ਹੈਗੀ ਹੈ। ਟੁੱਟੀ ਦਾ ਕੋਈ ਜਾਇਜ਼ਾ ਨਹੀਂ ਲਿਆ ਨਾ ਕੱਖ ਜਿਵੇਂ ਸਾਡੇ ਪਿੰਡ ਦੇ ਇੱਥੇ ਵੀ ਕੱਖ ਨਹੀਂ ਨਾ। ਰੋਡ ਦੇ ਉੱਪਰ ਅਸੀਂ ਬੈਠੇ ਹਾਂ, ਮਕਾਨ ਬਣਾ ਕੇ ਤੇ ਕੋਈ ਗਲੀ ਨਹੀਂ ਕੋਈ ਬਣੇਗੀ, ਕੋਈ ਆਪਣੇ ਕੋਈ ਨਾਲੀ ਨਹੀਂ ਬਣੇਗੀ। ਤੇ ਸੜਕ ਦਾ ਵੀ ਹਾਲ ਹੋਈ, ਨਾਲੀ ਬਣਨੀ ਚਾਹੀਦੀ ਹੈ। ਨਾਲੀਆਂ ਜਾਂ ਤੁਹਾਡੇ ਸਾਹਮਣੇ ਨਲਕਾ ਲਾਇਆ ਦਾ ਤੇ ਟੋਇਆ ਕੱਢਿਆ। ਜੇ ਪਾਣੀ ਅਸੀਂ ਪਾਰ ਸੁੱਟੀ, ਜੋ ਵੀ ਕਹਿੰਦੇ ਸਾਡੀ ਪੈਲੀ ਚ ਪਾਣੀ ਸੁੱਟਦਾ, ਤੁਸੀਂ ਕਹੇਗਾ ਵੀ ਨਿਕਾਸ ਹੋਣਾ ਚਾਹੀਦਾ ਕਿ ਪਾਸੇ, ਠੀਕ ਹੈ ਨਾ। ਨਾਲੀ ਨੂਲੀ ਬਣਨੀ ਚਾਹੀਦੀ ਹੈ, ਕੱਖ ਨਹੀਂ ਆਇਆ। ਹਾਂਜੀ ਉਹ ਵੀ ਚਲੋ ਸਾਡੀ ਨਾਲੀ ਨੂਲੀ ਨਿਕਲ ਜੇ ਲਾਗੋਂ, ਪਾਣੀ ਦਾ ਨਿਕਾਸ ਹੋਣਾ ਚਾਹੀਦਾ, ਹੋਰ ਕੋਈ ਕਰਨੀ ਚਾਹੀਦੀ, ਰੋਡ ਬਣਨਾ ਚਾਹੀਦਾ। ਚਾਹੀਦੀਆਂ, ਸਰਕਾਰ ਨੇ ਬਣਾਉਣੀ ਚਾਹੀਦੀਆਂ। ਕਿੰਨੇ ਚਿਰ ਤੋਂ ਸੜਕਾਂ ਦੀ ਹਾਲਤ ਇਸ ਤਰ੍ਹਾਂ ਬਹੁਤ ਖਰਾਬ ਹੈ ਸੜਕਾਂ। ਕਿੰਨੇ 5 ਸਾਲ ਹੋ ਗਏ ਆ। ਕੱਖ ਨਹੀਂ ਸਰਕਾਰ ਦਿੰਦੀ ਹੈ ਕਿ ਸੜਕਾਂ ਬਣਾਉਂਦੀਆਂ ਨਹੀਂ ਹੈਗੀਆਂ। ਇਹ ਚਾਹੀਦੀਆਂ ਨਾ। ਕੈਪਟਨ ਸਰਕਾਰ ਨੇ ਇਲੈਕਸ਼ਨ ਤੋਂ ਪਹਿਲਾਂ ਕਿਹਾ ਸੀ ਕਿ ਮੈਂ ਘਰ ਨੌਕਰੀ ਦੇਵਾਂਗਾ। ਨੌਕਰੀ ਨਹੀਂ ਦਿੱਤੀ, ਕੋਈ ਬੇਰੁਜ਼ਗਾਰ ਆ ਸਾਰੇ ਕੀਤੇ ਤੇ ਕੋਈ ਕਾਰੋਬਾਰ ਨਹੀਂ ਦਿੱਤੇ ਬਣ ਗਿਆ। देखो मैं जो कहना चाहना भी जिस वे डॉक्टर अमरिंदर सिंह ने 2017
ਪੰਜਾਬ ਦੀ ਬਾਗਡੋਰ ਜਿਹੜੀ ਹੈ ਲੋਕਾਂ ਨੇ ਉਹਨਾਂ ਨੂੰ ਕਰਵਾਈ, ਉਸ ਵੇਲੇ ਦੇ ਹਾਲਾਤ ਤੇ ਅੱਜ ਦੇ ਹਾਲਾਤ ਤੁਸੀਂ ਚੈੱਕ ਕਰ ਸਕਦੇ ਹੋ। ਜਿਹੜੇ 10 ਸਾਲ ਅਕਾਲੀ ਤੇ ਬੀਜੇਪੀ ਸਰਕਾਰ ਵਾਜ ਕਰਕੇ ਗਈ ਹੈ, ਉਹਨਾਂ ਦੇ ਟਾਈਮ ਦਾ ਤੁਸੀਂ ਡਿਵੈਲਪਮੈਂਟ ਚੈੱਕ ਕਰ ਲਓ, ਔਰ ਅੱਜ ਕੈਪਟਨ ਅਮਰਿੰਦਰ ਸਿੰਘ ਦੀ 4.5 ਸਾਲ ਦੀ ਸਰਕਾਰ ਦਾ ਜਿਹੜਾ ਰਿਪੋਰਟ ਕਾਰਡ ਹੈ ਉਹ ਤੁਸੀਂ ਚੈੱਕ ਕਰ ਸਕਦੇ ਹੋ। ਮੈਂ ਤਾਂ ਤੁਹਾਡੇ ਇਸ ਚੈਨਲ ਦੇ ਰਾਹੀਂ ਇਹ ਕਹਿਣਾ ਚਾਹੁੰਦਾ, ਤੁਸੀਂ ਸਾਰੇ ਮਹਿਕਮਿਆਂ ਦੇ ਵਿੱਚ ਪਤਾ ਕਰ ਸਕਦੇ ਹੋ ਕਿ ਅਸੀਂ ਕਿਹੜੇ ਮਹਿਕਮੇ 'ਚ ਕਿੰਨੇ ਲੋਕਾਂ ਨੂੰ ਪੱਕੀਆਂ ਨੌਕਰੀਆਂ ਤੇ ਕਿੰਨੇ ਰੁਜ਼ਗਾਰ ਦਿੱਤੇ ਆ। ਔਰ ਜਿਹੜੀ ਤੁਹਾਡਾ ਕੁਐਸਚਨ ਹੈ ਸੜਕਾਂ ਦਾ, ਮੇਨ ਜਿਹੜੀਆਂ ਸੜਕਾਂ ਨੇ, ਵੈਸੇ ਤਾਂ ਤਕਰੀਬਨ ਸਾਡੇ ਹਲਕੇ ਦੇ ਵਿੱਚ 80% ਸੜਕਾਂ ਜਿਹੜੀਆਂ ਬਣ ਚੁੱਕੀਆਂ, 20% ਜਿਹੜੀਆਂ ਸੜਕਾਂ ਰਹਿ ਗਈਆਂ। ਇਹ ਜਿਹੜੀ 4-5 ਮਹੀਨੇ ਹੈ ਇਹਦੇ ਵਿੱਚ ਉਹਨਾਂ ਦੇ ਟੈਂਡਰ ਵੀ ਲੱਗ ਚੁੱਕੇ ਆ, ਸਾਰੇ ਦੇ ਸਾਰੇ ਰੋਡ ਬਣ ਜਾਣੇ ਆ। ਜਿਸ ਤਰ੍ਹਾਂ ਜਿਹੜੀ ਵਿਪਕਸ਼ ਦੀ ਪਾਰਟੀਆਂ ਸੀ ਉਹ ਬੜਾ ਰੌਲਾ ਪਾਉਂਦੀਆਂ ਸੀ ਮਲਕਪੁਰ ਤੋਂ ਲੈ ਕੇ ਕਥਰੌੜ ਵਾਲੇ ਰੋਡ ਦਾ। ਅੱਜ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਮਲਕਪੁਰ ਤੋਂ ਲੈ ਕੇ ਸ਼ੇਰਪੁਰ ਤੱਕ ਦਾ ਰੋਡ ਨਹੀਂ ਬਣਿਆ। ਫਿਰ ਮੈਂ ਉਹਨਾਂ ਲੋਕਾਂ ਨੂੰ ਵੀ ਪੁੱਛਣਾ ਚਾਹੁੰਦਾ ਜਿਹੜੇ ਲੋਕੀ ਤਰ੍ਹਾਂ ਦੀ ਗੱਲਾਂ ਕਰਦੇ, ਕਹਿੰਦੇ ਆ ਵੀ ਰੋਡ ਬਣਾਏ ਕੋਈ ਨਹੀਂ ਤੇ ਗੱਡੀਆਂ ਨਿਗਾਹ ਕੇ ਰੋਡ ਤੋੜ ਦਿੱਤੇ ਆ। ਉਹਨਾਂ ਲੋਕਾਂ ਨੇ ਇਸ ਗੱਲ ਦੀ ਬਿਲਕੁਲ ਸਮਝ ਨਹੀਂ। ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਸਰਕਾਰ ਨੇ ਕੋਈ ਵੀ ਫੈਕਟਰੀ ਨਹੀਂ ਲਗਾਈ ਹੁੰਦੀ ਨੋਟ ਬਣਾਉਣ ਦੀ। ਸਰਕਾਰ ਹਮੇਸ਼ਾ ਲੋਕਾਂ ਕੋਲ ਪੈਸੇ ਲੈ ਕੇ ਤੇ ਉਹਦੇ ਨਾਲ ਡਿਵੈਲਪਮੈਂਟ ਕਰਦੇ ਆ। ਜਦੋਂ ਇੱਕ ਰੋਡ ਦੇ ਉੱਤੇ ਇੱਕ ਟਰਾਲਾ ਨਵਾਂ ਆਉਂਦਾ ਹੈ, ਜਦੋਂ ਕੰਪਨੀ ਸੇਲ ਕਰਦੀ ਹੈ ਤੇ ਜਿਹੜਾ ਮਾਲਕ ਰੋਡ ਉਹ ਟਰਾਲਾ ਲੈਂਦੇ ਆ, ਔਰ ਉਸ ਟਰਾਲੇ ਦੀ ਕੀਮਤ ਦਾ ਜਿਹੜਾ ਰੋਡ ਟੈਕਸ ਆਲਰੇਡੀ ਸਰਕਾਰ ਐਡਵਾਂਸ ਪਹਿਲੇ ਹੀ ਲੈ ਲੈਂਦੀ ਹੈ। ਔਰ ਉਸੇ ਰੋਡ ਟੈਕਸ ਦੇ ਨਾਲ ਰੋਡ ਜਿਹੜੇ ਬਣਾਏ ਜਾਂਦੇ ਆ। ਮੈਂ ਪਰਮਾਨੈਂਟ ਦੀ ਗੱਲ ਕਰੀਏ, ਜਿਹੜਾ ਰੋਡ ਮੇਰੇ ਹਲਕੇ ਦੇ ਵਿੱਚੋਂ ਗੁਜ਼ਰ ਕੇ JNK ਨੂੰ ਜਾਂਦਾ ਹੈ, ਔਰ ਉਹ ਰੋਡ ਗ੍ਰਿਫ ਨੇ ਬਣਾਇਆ, ਔਰ ਉਸ ਰੋਡ ਦੇ ਵਿੱਚ 100% ਮੇਰਾ ਰੋਲ ਹੈ। ਜੋ ਮਰਜ਼ੀ ਸਨੀ ਦਿਓਲ ਕੇ, ਜੋ ਮਰਜ਼ੀ BJP ਵਾਲੇ ਕਹਿਣ, ਜੋ ਮਰਜ਼ੀ ਸੱਤਾ ਜਿਹੜਾ ਸੈਂਟਰ ਦਾ, ਓਕੇ ਗੱਲ ਬਿਲਕੁਲ ਸਹੀ ਹੈ ਕਿ ਰੋਡ ਸੈਂਟਰ ਦਾ, ਲੇਕਿਨ ਉਹਦੇ ਵਿੱਚ ਪ੍ਰੋਬਲਮ ਸੀ ਕਈਆਂ ਚੀਜ਼ਾਂ 'ਚ। ਜਿਸ ਤਰ੍ਹਾਂ ਹੁਣ ਮੇਰੇ ਕੋਲ ਗ੍ਰਿਫ ਦਾ ਚੀਫ ਇੰਜੀਨੀਅਰ ਬ੍ਰਿਗੇਡੀਅਰ ਆਇਆ, ਉਹਨੇ ਮੈਨੂੰ ਕਿਹਾ ਵੀ ਤੁਸੀਂ ਆਪਣਾ ਇੱਕ ਲੈਟਰ ਦੇ ਦਿਓ, ਲਿਖਦੇ ਨੇ ਤੁਹਾਨੂੰ ਡਰਾਫਟਿੰਗ, ਉਹ ਡਰਾਫਟਿੰਗ ਤੁਸੀਂ ਆਪਣੇ ਦਿਓ ਤੇ ਲਿਖ ਕੇ ਤੇ PM ਸਾਹਿਬ ਨੂੰ ਭੇਜੋ ਜਾਂ ਤੁਸੀਂ ਰਾਜਨਾਥ ਸਿੰਘ ਨੂੰ ਭੇਜੋ। ਉਹ ਮੈਂ ਭੇਜਿਆ ਤੇ 3 ਪੁਲ ਜਿਹੜੇ ਮੇਰੇ ਉਹ ਪਾਸ ਹੋ ਗਏ। ਜਿਹੜਾ ਤਾਰਾਗੜ੍ਹ ਸਾਡੀ ਅਨਾਜ ਮੰਡੀ ਹੈ, ਉਹਦੇ ਬਿਲਕੁਲ ਸਾਹਮਣੇ ਇੱਕ ਪੁਲ ਬਣਦਾ ਪਿਆ। ਉਹਦੇ ਤੋਂ ਅਗਲੇ ਪਾਸੇ ਫਿਰ ਬਕਨੌਰ ਆ ਗਿਆ ਪਿੰਡ, ਉੱਥੇ ਉਹਨਾਂ ਪੁਲ ਬਣਾ ਕੇ ਮੇਰੀ ਪਰੇਡ ਵੀ ਲਾਤੀ ਹੈ। ਉਹਦੇ ਤੋਂ ਅੱਗੇ ਛੋਟੀ ਜਿਹੀ ਰਾਵੀ ਆ ਰਹੀ ਹੈ, ਰਾਵੀ ਦੇ ਉੱਤੇ ਵੀ ਪੁਲ ਬਣਦਾ ਪਿਆ। ਸੋ ਮੇਰੇ ਕਹਿਣ ਦਾ ਭਾਵ ਹੈ ਵੀ ਮੈਂ ਆਪਣੇ ਹਲਕੇ ਦੇ ਵਿੱਚ 17 ਜਿਹੜੇ ਬ੍ਰਿਜ ਬਣਾਏ ਨੇ, ਪਰ ਕੋਈ ਰੋਡ ਵੀ ਮੈਂ ਨਹੀਂ ਰਹਿਣ ਦਿੱਤਾ। ਔਰ ਪਰਮਾਨੈਂਟ ਜਿਹੜਾ ਰੋਡ ਚਲ ਗਿਆ ਬਾਰਡਰ ਨੂੰ, ਤੇ ਸਾਡੇ ਸਟੋਨ ਕ੍ਰੈਸ਼ ਤੇ ਲੱਗਿਆ, ਇੰਡਸਟਰੀ ਲੱਗੀ ਹੈ। ਇੰਡਸਟਰੀ ਲਾਣੀ ਕੋਈ ਗੁਨਾਹ ਨਹੀਂ, ਕਿ ਇੰਡਸਟਰੀ ਦੇ ਵਿੱਚ ਜਿਹੜੇ ਲੋਕ ਕੰਮ ਕਰ ਰਹੇ ਆ, ਮੇਰੇ ਹਲਕੇ ਦਾ ਕਮ ਸੇ ਕਮ 5000 ਬੰਦਾ ਜਿਹੜਾ ਕੰਮ ਕਰਦਾ ਪਿਆ। ਔਰ ਗੱਡੀਆਂ, ਇਹ ਮੈਂ ਵੀ ਇਸ ਗੱਲ ਨੂੰ ਮੰਨਦਾ ਵੀ ਹੈਵੀ ਗੱਡੀਆਂ ਨਿਕਲਦੀਆਂ, ਤੇ ਮੈਂ ਮੁੜ ਕੇ ਦੁਬਾਰਾ ਉਹਨਾਂ ਨੂੰ ਚੀਫ ਇੰਜੀਨੀਅਰ ਨੂੰ ਗ੍ਰਿਫ ਨੂੰ ਕਿਹਾ ਕਿ ਰੋਡ ਸਾਰਾ ਤੁਸੀਂ ਕੰਕਰੀਟ ਤੇ ਸਰੀਆ ਪਾ ਕੇ ਬਣਾਓ। ਉਹ ਬਣਾਉਣਾ ਸ਼ੁਰੂ ਕਰ ਦਿੱਤਾ। ਮੈਂ ਫਿਰ ਦੁਬਾਰਾ ਰਾਜਨਾਥ ਸਿੰਘ ਨੂੰ ਫਿਰ ਦੁਬਾਰਾ ਮੈਂ ਚਿੱਠੀ ਲਿਖੀ ਹੈ ਕਿ ਇਹ ਰੋਡ ਜਿਹੜਾ 2 ਕਿਲੋਮੀਟਰ ਤੁਸੀਂ ਕੰਕਰੀਟ ਰੋਡ ਪਾਸ ਕੀਤਾ, ਤੁਹਾਡਾ ਬਹੁਤ ਬਹੁਤ ਥੈਂਕਸ ਹੈ। ਪਰ ਜਿਹੜਾ ਆਪਣੇ ਰੋਡ ਜੰਮ ਸਿੰਘ ਤੋਂ ਲੈ ਕੇ ਤੇ ਪਰਮਾਨੈਂਟ ਜਿਹੜਾ ਰੋਡ ਵਿੱਚ ਰਹਿ ਗਿਆ, ਉਹ ਲੋਕਾਂ ਦਾ ਰੋਡ ਬਣਾਉਣਾ ਚਾਹੁੰਦੇ ਹੋ। ਮੈਂ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਲੋਕਾਂ ਦਾ ਰੋਡ ਨਹੀਂ ਬਣਾਉਣਾ, ਤੁਸੀਂ ਸਾਰਾ ਹੀ ਰੋਡ ਜਿਹੜਾ ਕੰਕਰੀਟ ਰੋਡ ਬਣਾ ਲਿਓ। ਇਸੇ ਸਾਲ ਦੇ ਵਿੱਚ ਉਹਦਾ ਕੰਮ ਵੀ ਸ਼ੁਰੂ ਹੋ ਜਾਣਾ। ਕੋਈ ਵੀ ਰੋਡ ਮੇਰੇ ਹਲਕੇ ਦਾ ਅਧੂਰਾ ਨਹੀਂ ਰਹਿਣਾ, ਨਾ ਜੰਜਘਰ ਅਧੂਰਾ ਰਹਿਣਾ, ਨਾ ਸ਼ਮਸ਼ਾਨ ਘਾਟ ਅਧੂਰਾ ਰਹਿਣਾ, ਨਾ ਡਿਸਪੈਂਸਰੀ ਅਧੂਰੀ ਰਹਿਣੀ ਹੈ। ਹਰ ਚੀਜ਼ ਮੈਂ ਜੇ ਕਹਾਂ ਤੁਹਾਨੂੰ, ਉੱਥੇ ਜਿਹੜਾ ਸਾਡਾ ਮੰਡੀ ਹੈ ਤਾਰਾਗੜ੍ਹ ਅਨਾਜ ਮੰਡੀ ਹੈ, ਉਹ ਮੰਡੀ 40 ਸਾਲ ਪਹਿਲੇ ਠੇਕਾ ਲੱਗੀ ਆ, ਤੇ ਮੈਂ ਹੁਣ ਆ ਕੇ ਸਾਰਾ ਫੜ ਉਹਦਾ ਰਿਪੇਅਰ ਕਰਕੇ 25 ਲੱਖ ਫੰਡ ਦੇ ਕੇ ਮੰਡੀ ਬੋਰਡ ਤੋਂ ਲੈ ਕੇ ਹੁਣ ਬਿਲਕੁਲ ਠੀਕ ਕੀਤਾ ਗਿਆ। ਮੈਂ ਇੱਕ ਕਿਸਾਨ ਵੀ ਹੈਗਾ, ਮੈਂ ਇੱਕ ਬਿਜ਼ਨਸਮੈਨ ਆਦਮੀ ਵੀ ਹੈਗਾ, ਮੈਂ ਇੱਕ ਰਾਜਨੀਤਿਕ ਬੰਦਾ ਵੀ ਹੈਗਾ, ਤੇ ਮੈਂ ਇੱਕ ਬਿਜ਼ਨਸਮੈਨ ਤੋਂ ਤੁਹਾਨੂੰ ਕਹਿ ਹੀ ਦਿੱਤਾ। ਮੈਨੂੰ ਇੱਕ ਗੱਲ ਦਾ ਪਤਾ ਵੀ ਲੋਕੀ ਚਾਹੁੰਦੇ ਕੀ ਹੈ। ਬਿਲਕੁਲ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਸਰਕਾਰ ਦੀ ਮਾਲੀ ਹਾਲਾਤ ਜਿਹੜੇ ਹੈ
ਉਹ ਠੀਕ ਨਹੀਂ ਸੀ। ਉਹ ਪਿੱਛੇ 10 ਸਾਲ ਜਿਨ੍ਹਾਂ ਨੇ ਰਾਜ ਕੀਤਾ ਉਹਨਾਂ ਖਜ਼ਾਨਾ ਖਾਲੀ ਕਰਨ ਦੀ ਬਜਾਏ ਖਜ਼ਾਨੇ ਦੇ ਵਿੱਚ ਮੋੜ ਕਰਤਾ। ਸਾਡੇ ਵਿੱਤ ਮੰਤਰੀ ਜਿਹੜੇ ਮਨਪ੍ਰੀਤ ਬਾਦਲ ਜੀ ਮੇਰੇ ਵੱਡੇ ਭਰਾ ਬੜੇ ਸਤਿਕਾਰਯੋਗ ਨੇ, ਪੜ੍ਹੇ ਲਿਖੇ ਨੇ, ਅਸੀਂ ਬਿਲਕੁਲ ਠੀਕ ਕਰ ਦੇਣਾ, ਬਿਲਕੁਲ ਘਬਰਾਉਣ ਦੀ ਲੋੜ ਨਹੀਂ। ਤੁਹਾਡੇ ਚੈਨਲ ਦੇ ਰਾਹੀਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਇੱਕ ਗੱਡੀ ਟ੍ਰੇਨ ਪਟੜੀ ਤੇ ਆ ਜਾਂਦੀ ਹੈ ਉਹਨੂੰ ਕਦੇ ਵੀ ਹਿਲਾਉਣਾ ਨਹੀਂ ਚਾਹੀਦਾ। ਹੁਣ 2022 ਦੇ ਇਲੈਕਸ਼ਨ ਜਿਹੜੇ ਆ ਮੈਂ ਸਾਰੇ ਲੋਕਾਂ ਅੱਗੇ ਬੇਨਤੀ ਕਰਦਾ, ਅਸੀਂ ਰਾਜ ਠੀਕ ਕਰ ਰਹੇ ਹਾਂ, ਅਸੀਂ ਲੋਕਾਂ ਦੀ ਮੰਗਾਂ ਜਿਹੜੀਆਂ ਬਿਲਕੁਲ ਜੈਨੂਇਨ ਉਹ ਮੰਨ ਰਹੇ ਹਾਂ ਤੇ 2022 ਦੇ ਇਲੈਕਸ਼ਨ ਦੇ ਵਿੱਚ ਫਿਰ ਮੁੜ ਕੇ ਕਾਂਗਰਸ ਦੀ ਸਰਕਾਰ ਬਣਾਓ ਔਰ ਮੈਨੂੰ ਵੀ ਦੁਬਾਰਾ ਰਿਪੀਟ ਕਰੋ। ਤੇ ਤੁਹਾਡੇ ਚੈਨਲ ਦੇ ਮਾਧਿਅਮ ਰਸਤੇ ਇੱਕ ਗੱਲ ਜਿਹੜੀ ਹੈ ਮੈਂ ਬੜੀ ਕਲੀਅਰ ਕਰ ਦਿਆਂ ਕਿ ਪਿਛਲੇ 4.5 ਸਾਲ ਤੋਂ ਨਹੀਂ, ਮੈਂ ਇਹ ਕਹਾਂਗਾ ਕਿ ਪਿਛਲੇ 14.5 ਸਾਲ ਤੋਂ ਜਿਹੜਾ ਸਾਡਾ ਭੂਆ ਹਲਕਾ ਉਹ ਹਾਸ਼ੀਏ ਤੇ ਰਿਹਾ, ਉਹਦਾ ਸ਼ਿਕਾਰ ਰਿਹਾ ਰਵਾਇਤੀ ਪਾਰਟੀਆਂ ਦਾ, ਰਵਾਇਤੀ ਪਾਰਟੀਆਂ ਦੀਆਂ ਗਲਤ ਨੀਤੀਆਂ ਦਾ। ਚਾਹੇ ਉਹ ਅਕਾਲੀ ਦਲ ਬੀਜੇਪੀ ਦੀ 10 ਸਾਲ ਦੀ ਸਰਕਾਰ ਹੋਵੇ, ਚਾਹੇ ਪਿਛਲੇ 4.5 ਸਾਲ ਦੀ ਕਾਂਗਰਸ ਦੀ ਸਰਕਾਰ ਹੋਵੇ। ਹੁਣ ਮੈਂ ਤੁਹਾਡੇ ਸਵਾਲ ਦਾ ਜਵਾਬ ਦਿਆ, ਜਿਹੜਾ ਹਲਕਾ ਵਿਧਾਇਕ ਸ਼੍ਰੀ ਜੋਗਿੰਦਰਪਾਲ ਜੀ ਨੇ ਇੰਨੀ ਗੱਲ ਕਹੀ ਹੈ ਕਿ ਪਿਛਲੇ 4.5 ਸਾਲਾਂ ਦੇ ਵਿੱਚ ਭੋਏ ਹਲਕੇ ਦੀ ਸੜਕਾਂ ਜਿਹੜੀਆਂ ਨੇ ਉਹਨਾਂ ਦਾ ਮੈਂ ਬਹੁਤ ਜ਼ਿਆਦਾ ਸੁਧਾਰ ਕਰਤਾ। ਤੇ ਮੈਂ ਉਹਨਾਂ ਨੂੰ ਕਹਾਂਗਾ ਕਿ ਜੇ ਤੁਹਾਡੇ ਕੋਲ ਕਦੇ ਵਕਤ ਹੋਵੇ ਤੇ ਪਰਮਾਨੰਦ ਤੋਂ ਲੈ ਕੇ ਨਰੂੜ ਜੈਮਲ ਸਿੰਘ, ਪੁਰਾਣੇ ਤਾਰਾਗੜ੍ਹ ਤੋਂ ਲੈ ਕੇ ਤੇ ਜਿਹੜਾ ਹੈਗਾ ਬਾਇਆ ਭਰਿਆਲ ਲਾੜੀ ਜਿਹੜਾ ਉਹ ਰੋਡ ਜਿਹੜਾ ਢੋਬੜੇ ਨਹੀਂ ਮਿਲਦਾ ਉਹ ਵੀ ਰੋਡ ਦੀ ਸਥਿਤੀ ਦੇਖ ਲੈਣ, ਤੇ ਜਿਹੜੇ ਪਿੰਡਾਂ ਨੂੰ ਰੋਡ ਜਾਂਦੇ ਨੇ ਬਾਕੀ ਉਹਨਾਂ ਦੀ ਸਥਿਤੀ ਵੀ ਦੇਖ ਲੈਣ। ਉਹ ਕਹਿੰਦੇ ਨੇ ਕਿ 80%, ਮੈਂ ਇਹ ਸਮਝਣਾ ਕਿ ਭੋਏ ਹਲਕੇ ਦੀਆਂ 90% ਸੜਕਾਂ ਜਿਹੜੀਆਂ ਨੇ ਉਹ ਚੱਲਣਯੋਗ ਬਿਲਕੁਲ ਹਾਲਤ ਦੇ ਵਿੱਚ ਨਹੀਂ ਹੈਗੀਆਂ। ਭੋਏ ਹਲਕੇ ਦੇ ਵਿੱਚ ਹੈ ਹੀ ਸਾਰੇ ਲਿੰਕ ਰੋਡ ਨੇ। ਭੋਇਆ ਹਲਕਾ ਸਾਰੇ ਦਾ ਸਾਰਾ ਜਿਹੜਾ ਸਰਹੱਦੀ ਤੇ ਪੇਂਡੂ ਏਰੀਆ, ਉਹ ਸਾਰੀਆਂ ਸੜਕਾਂ ਜਿਹੜੀਆਂ ਨੇ ਉਹ ਜਿਹੜੀਆਂ ਰੂਰਲ ਏਰੀਆ ਦੇ ਵਿੱਚ ਉਹ ਸਾਰੀਆਂ ਪੈਂਦੀਆਂ ਨੇ। ਜਿਹਦਾ ਇਹ ਦਾਅਵਾ ਕਰਦੇ ਪਏ ਨੇ ਉਹ ਤੁਸੀਂ ਆਪ ਜਾ ਕੇ ਦੇਖ ਸਕਦੇ ਹੋ। ਤਾਰਾਗੜ੍ਹ ਦੇ ਵਿੱਚ ਜਿਹੜਾ ਉਹ ਜਿਹੜੀ ਕਹਿੰਦੇ ਕੰਕਰੀਟ ਰੋਡ ਜਿਹੜੀ ਬਣਾਉਣੀ ਉਹਨੂੰ ਕਿੰਨੀ ਦੇਰ ਦਾ ਕੰਮ ਲੱਗਾ ਹੋਇਆ, ਉਹ 4 ਕਿਲੋਮੀਟਰ ਦੀ ਸੜਕ ਇਹਨਾਂ ਕੋਲੋਂ ਨਹੀਂ ਬਣੀ ਪਿਛਲੇ 4.5 ਸਾਲ ਦੇ ਵਿੱਚ। ਇਹ ਜਿਹੜੀ ਗੱਲ ਕਰਦੇ ਨੇ ਮਲਕਪੁਰ ਤੋਂ ਲੈ ਕੇ ਨਰੋੜ ਜੈਮਲ ਸਿੰਘ ਤੱਕ ਦੀ, ਉਹ ਸਾਰੀ ਦੀ ਸਾਰੀ ਸੜਕ ਹਜੇ ਵੀ ਟੁੱਟੀ ਹੋਈ ਹੈ। ਤੁਸੀਂ ਕੋਲੀਆਂ ਤੋਂ ਲੈ ਕੇ ਨਰੋੜ ਜੈਮਲ ਸਿੰਘ ਤੱਕ ਜਾ ਕੇ ਦੇਖੋ, ਤੁਸੀਂ ਚੱਲ ਨਹੀਂ ਸਕਦੇ ਰੋਡ ਦੇ ਉੱਤੇ। ਇਹ ਸਾਰਾ ਦਾ ਸਾਰਾ ਇਹਨਾਂ ਦੀਆਂ ਗਲਤ ਨੀਤੀਆਂ ਜਿਹੜੀਆਂ ਉਹਨਾਂ ਦੇ ਕਾਰਨ ਹੋਇਆ। ਹੈਵੀ ਇੰਡਸਟਰੀ ਇਹਨਾਂ ਨੇ ਲਿਆਂਦੀ, ਇਲੀਗਲ ਮਾਈਨਿੰਗ ਕੀਤੀ, ਵੱਡੇ ਵੱਡੇ ਟਰਾਲੇ ਸੜਕਾਂ ਦੇ ਉੱਤੇ ਚਲਾਏ। ਜੇ ਚਲਾਉਣੇ ਸੀਗੇ ਤੇ ਉਹਦੇ ਲਈ ਕੋਈ ਕਮਰਸ਼ੀਅਲ ਲੇਨਸ ਬਣਾਉਂਦੇ, ਕੋਈ ਵਿਜ਼ਨ ਲੈ ਕੇ ਵਿਧਾਨ ਸਭਾ ਦੇ ਵਿੱਚ ਜਾਂਦੇ। ਪਰ ਵਿਧਾਨ ਸਭਾ ਦੇ ਵਿੱਚ ਜਾ ਕੇ ਸਿਰਫ ਆਪਣੀ ਹਾਜ਼ਰੀ ਲਾ ਲੈਣੀ, ਉਹਦੇ ਨਾਲ ਕੋਈ ਆਪਣਾ ਹਲਕੇ ਦਾ ਵਿਧਾਇਕ ਜਿਹੜਾ ਉਹ ਕੋਈ ਪਰਫਾਰਮੈਂਸ ਨਹੀਂ। ਉੱਥੇ ਜਾ ਕੇ ਆਪਣੇ ਹਲਕੇ ਦੀਆਂ ਸਮੱਸਿਆਵਾਂ ਆਪਣੇ ਉੱਠ ਕੇ ਉਹਨਾਂ ਨੂੰ ਦੱਸਦੇ, ਕੋਈ ਆ ਕੇ ਆਪਣੀ ਗੱਲ ਵਿਧਾਨ ਸਭਾ ਦੇ ਵਿੱਚ ਰੱਖਦੇ। ਆ ਸਾਡੇ ਹਲਕੇ ਦੇ ਲਈ ਕੋਈ ਚੀਜ਼ਾਂ ਲਿਆਂਦੇ। ਜਿਹੜੇ ਦਾਅਵੇ ਕਰ ਰਹੇ ਨੇ ਸਰਾਸਰ ਝੂਠੇ ਬੇਬੁਨਿਆਦ ਨੇ। ਔਰ ਇਹ ਜਿਹੜੀ ਗੱਲ ਕਰਦੇ ਨੇ ਕਿ ਜਿਹੜਾ 4-5 ਮਹੀਨਿਆਂ ਦੇ ਵਿੱਚ ਇਹ ਕਰਦੇ ਨੇ, ਜੇ 4.5 ਸਾਲ ਦੇ ਵਿੱਚ ਡੱਕਾ ਨਹੀਂ ਤੋੜਿਆ ਤੇ 5 ਮਹੀਨਿਆਂ ਦੇ ਵਿੱਚ ਕੀ ਹੋ ਜਾਊਗਾ। ਮੈਂ ਤੁਹਾਨੂੰ ਦੱਸ ਦਿੰਦਾ ਕਿ ਵਿਧਾਇਕ ਸਾਹਿਬ ਨੇ ਇੰਨੀ ਗੱਲ ਕਹੀ ਸੀ ਕਿ ਜਿਹੜਾ ਭੋਆ ਏਰੀਆ ਹੈ ਇਹ ਸਾਰੇ ਦਾ ਸਾਰਾ ਏਰੀਆ ਜਿਹੜਾ ਐਗਰੀਕਲਚਰ ਬੇਸਡ ਸਾਡੀ ਕੰਸਟੀਟਿਊਂਸੀ ਹੈ, ਕਿਉਂਕਿ ਕਮਰਸ਼ੀਅਲ ਇੰਡਸਟਰੀ ਤੋਂ ਇਲਾਵਾ ਹੋਰ ਕੋਈ ਇੰਡਸਟਰੀ ਤੇ ਹੈ ਨਹੀਂ। ਇਹਨਾਂ ਨੇ ਕਿਹਾ ਸੀਗਾ ਕਿ ਮੈਂ ਪਠਾਨਕੋਟ ਡਿਸਟ੍ਰਿਕਟ ਦੀ ਸਭ ਤੋਂ ਮੰਡੀ ਵੱਡੀ ਜਿਹੜੀ ਹੈ ਅਨਾਜ ਮੰਡੀ ਉਹ ਭੋਏ ਦੇ ਵਿੱਚ ਬਣਾਵਾਂਗਾ। ਕਿਤੇ ਉਹਦਾ ਨੀਂਹ ਪੱਥਰ ਰੱਖਿਆ ਦੇਖਿਆ ਤੁਸੀਂ? ਜਿਹੜੀਆਂ ਪੁਰਾਣੀਆਂ ਅਨਾਜ ਮੰਡੀਆਂ ਉਹਨਾਂ ਦੇ ਵਿੱਚ ਤੇ ਇਹਨਾਂ ਕੋਲ ਖਰਪੈਲਾਂ ਉੱਪਰ ਪਈਆਂ ਨਹੀਂ। ਇਹ ਸਾਰੇ ਦਾ ਸਾਰਾ ਇੱਕ ਡਰਾਮੇਬਾਜ਼ੀ ਆ। ਆਪਣੇ ਬਿਜ਼ਨਸ ਜ਼ਰੂਰ ਵਧਾਏ ਨੇ, ਉਹਦੇ 'ਚ ਕਿਸੇ ਨੂੰ ਕੋਈ ਸ਼ੱਕ ਨਹੀਂ ਹੈਗਾ। ਆਪਣੇ 1 ਤੋਂ 5 ਕ੍ਰੈਸ਼ਰ ਕਰ ਲਏ ਨੇ। ਸੀਮਾ ਦੇਵੀ ਨੇ ਜਿਹੜੀ ਪੁਰਾਣੀ ਵਿਧਾਇਕਾ ਉਹਨੇ ਵੀ ਆਪਣੀਆਂ ਜਾਇਦਾਦਾਂ ਬਣਾ ਲਈਆਂ। ਜਿਹੜੇ ਲੋਕ ਨੇ ਉਹਨਾਂ ਦੀ ਸਥਿਤੀ ਅੱਜ ਵੀ ਉੱਥੇ ਆ ਜਿੱਥੇ ਉਹ ਅੱਜ ਤੋਂ 15-20 ਸਾਲ ਪਹਿਲਾਂ ਸੀਗੇ। ਉਹਨਾਂ ਦਾ ਕੋਈ ਉਥਾਨ ਨਹੀਂ ਹੋਇਆ, ਉਹਨਾਂ ਦੀ ਕੋਈ ਡਿਵੈਲਪਮੈਂਟ ਨਹੀਂ। 1 ਹਫ਼ਤਾ ਪਹਿਲਾਂ ਕਿਸਾਨ ਜਥੇਬੰਦੀਆਂ ਨੂੰ ਕੀੜੀ ਅੱਡੇ ਦੇ ਵਿੱਚ ਧਰਨਾ ਲਾਇਆ ਗਿਆ ਸੀਗਾ। ਤੁਸੀਂ ਮੇਰੇ ਮੀਡੀਆ ਬੰਧੂਆਂ ਨੇ ਉੱਥੇ ਕਵਰੇਜ ਵੀ ਕੀਤੀ ਹੋਊਗੀ। ਕੀੜੀ ਤੋਂ ਤੁਸੀਂ ਸੋੜੇ ਤੱਕ ਆਏ ਹੋ, ਆਪ ਆਏ, ਉਹਦੀ ਸਥਿਤੀ ਆਪੇ ਵੇਖ ਲਓ। ਮੈਂ ਵੀ ਉੱਥੋਂ ਗੱਡੀ ਲੈ ਕੇ ਨਿਕਲਿਆ, ਮੈਨੂੰ ਤਾਂ ਕਿਤੇ ਉੱਥੇ ਸੜਕਾਂ ਦੀ ਕੋਈ ਚੀਜ਼ ਨਹੀਂ ਲੱਭੀ। ਔਰ ਕਾਗਜ਼ਾਂ ਦੇ ਵਿੱਚ ਪਤਾ ਨਹੀਂ ਹੁਣ ਬਣਾਤੀਆਂ ਹੋਣ। ਜਿਹੜੀ ਲੋਕਾਂ ਦੇ ਵਿੱਚ ਸਥਿਤੀ ਹੈ, ਜੋ ਫਿਜ਼ੀਕਲ ਐਕਚੁਅਲ ਫੈਕਚੁਅਲ ਪੋਜੀਸ਼ਨ ਹੈ, ਉਹ ਤੇ ਜਦਾਂ ਉਦਾਂ ਦੀ ਉਵੇਂ ਹੀ ਜਿੱਦਾਂ ਦੀ ਅੱਜ ਤੋਂ 10-15 ਸਾਲ ਪਹਿਲਾਂ ਸੀਗੀ। ਟੁੱਟੀਆਂ ਪਈਆਂ ਨੇ, ਆ ਜਾਣ ਮੇਰੇ ਨਾਲ ਉੱਥੇ ਕੀੜੀ ਅੱਡੇ ਦੇ ਵਿੱਚ ਆ ਜਾਣ, ਦੱਸ ਦਿੰਦਾ ਮੈਂ ਉਹਨਾਂ ਨੂੰ ਕਿਹੜੀ ਸੜਕਾਂ ਟੁੱਟੀਆਂ ਨੇ। ਆ ਜਾਣ ਮੇਰੇ ਨਾਲ ਸਾਹਮਣੇ ਬੈਠ ਕੇ ਡਿਬੇਟ ਕਰ ਲੈਣ, ਮੈਂ ਉਹਨਾਂ ਨੂੰ ਦੱਸ ਦਿੰਦਾ। ਐਵੇਂ ਗੱਲਾਂ ਮਾਰ ਲੈਣੀ ਆਪਣੇ ਉੱਥੇ ਬੈਠ ਕੇ, ਉਹ ਗੱਲ ਵੱਖਰੀ ਹੈ। ਜੋ ਲੋਕਾਂ ਦੇ ਵਿੱਚ ਸਥਿਤੀ ਹੈ, ਅਸਲ ਸਥਿਤੀ ਹੈ, ਉਹਦਾ ਸਾਹਮਣਾ ਕਰੋ। ਲੋਕਾਂ ਕੋਲ ਜਦੋਂ ਤੁਸੀਂ ਜਾਣਾ ਵਾ, ਉਹ ਜਿਹੜੀ ਡਿਵੈਲਪਮੈਂਟ ਲੋਕਾਂ ਨੇ ਦੇਖਣੀ ਆ ਉਹ ਸੜਕਾਂ ਦੇ ਉੱਤੇ ਦੇਖਣੀ ਆ ਕੇ। ਔਰ ਸਭ ਤੋਂ ਦੇਖੋ ਕਿੱਡੀ ਹਾਸ਼ੀਏ ਵਾਲੀ ਗੱਲ ਆ, ਅੱਜ ਵੀ ਜਿਹੜੀਆਂ ਗੱਲਾਂ ਕਰ ਰਹੇ ਨੇ ਇਹੀ ਕਰ ਰਹੇ ਨੇ ਕਿ ਅਸੀਂ ਸੜਕਾਂ ਬਣਾਵਾਂਗੇ, ਅਸੀਂ ਗਲੀਆਂ ਨਾਲੀਆਂ ਬਣਾਵਾਂਗੇ। ਸਾਡੇ ਪੰਜਾਬ ਦੀ ਬਦਕਿਸਮਤੀ ਇਹ ਹੈ ਕਿ ਇਹਨਾਂ ਨੂੰ ਅਜੇ ਤੱਕ ਕਦੀ ਕੋਈ ਵਿਜ਼ਨਰੀ ਲੀਡਰ ਨਹੀਂ ਮਿਲਿਆ ਜਿਹੜਾ ਇੰਨੀ ਗੱਲ ਕਰ ਸਕੇ ਕਿ ਡਿਵੈਲਪਮੈਂਟ ਦਾ ਅਸਲੀ ਮਾਇਨੇ ਹੁੰਦੇ ਆ ਬੇਰੁਜ਼ਗਾਰਾਂ ਦੀ ਬੇਰੁਜ਼ਗਾਰੀ ਦੂਰੀ ਕਰਨੀ, ਅੱਛੀਆਂ ਸਿਹਤ ਸੁਵਿਧਾਵਾਂ ਦੇਣੀਆਂ, ਅੱਛੇ ਸਕੂਲ ਦੇਣੇ। ਇਹ ਅਜੇ ਵੀ ਗਲੀਆਂ ਨਾਲੀਆਂ ਤੇ ਸੜਕਾਂ ਬਣਾਉਣ ਨੂੰ ਡਿਵੈਲਪਮੈਂਟ ਕਹਿੰਦੇ, ਔਰ ਬਣੀਆਂ ਇਹਨਾਂ ਕੋਲੋਂ ਉਹ ਵੀ ਨਹੀਂ। ਇਸ ਤੋਂ ਮਾੜਾ ਸਤਰ ਹੋਰ ਕੀ ਹੋ ਸਕਦਾ?
ਦੇਖੋ ਜਿਹੜੀ ਤਾਂ ਸਥਾਨੀय ਲੋਕਾਂ ਦੀ ਇਹ ਗੱਲ ਹੈ ਕਿ ਪਿਛਲੇ 10 ਸਾਲ ਵੀ ਹਾਲਾਤ ਰਹੇ ਉਹੀ, ਔਰ ਇੱਕ ਲੋਕਾਂ ਨੇ ਸੋਚੀ ਕਿ ਸ਼ਾਇਦ ਬਦਲਾਅ ਆਵੇ, ਕੋਈ ਬਦਲਾਅ ਨਹੀਂ ਆਇਆ। ਪਰ ਇੱਕ ਚੀਜ਼ ਜਿਹੜੀ ਆ ਉਹ ਮੈਂ ਇਹਨਾਂ ਲੋਕਾਂ ਨੂੰ ਜ਼ਰੂਰ ਕਹਿ ਦੇਣਾ ਚਾਹੁੰਦਾ ਕਿ ਜੇ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣੂਗੀ ਤੇ ਜਿਹੜੀ ਸਥਿਤੀ ਪਿਛਲੇ 14.5 ਸਾਲ ਤੋਂ ਰਹੀ ਆ ਉਹ ਸਥਿਤੀ ਨਹੀਂ ਰਹੇਗੀ। ਜਿਹੜਾ ਵਿਜ਼ਨ ਆਮ ਆਦਮੀ ਪਾਰਟੀ ਦਾ ਬਿਲਕੁਲ ਕਲੀਅਰ ਆ। ਦਿੱਲੀ ਦਾ ਮਾਡਲ ਜਿਹੜਾ ਅਰਵਿੰਦ ਕੇਜਰੀਵਾਲ ਸਾਹਿਬ ਨੇ ਉੱਥੇ ਲਾਗੂ ਕੀਤਾ, ਅੱਛੀਆਂ ਸਿਹਤ ਸੁਵਿਧਾਵਾਂ, ਮੁਹੱਲਾ ਕਲੀਨਿਕ ਖੋਲ ਕੇ ਦਿੱਤੀਆਂ ਨੇ, ਅੱਛਾ ਐਜੂਕੇਸ਼ਨ ਸਿਸਟਮ ਦਿੱਤਾ। ਅੱਜ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਸਰਕਾਰੀ ਸਕੂਲਾਂ ਦੇ ਵਿੱਚ ਲੋਕ ਆਪਣੇ ਬੱਚਿਆਂ ਨੂੰ ਸ਼ਿਫਟ ਕਰ ਰਹੇ ਨੇ, ਅੱਛੀਆਂ ਸਿਹਤ ਸੁਵਿਧਾਵਾਂ ਦੇਣੀਆਂ, ਅੱਛੀ ਐਜੂਕੇਸ਼ਨ ਦੇਣੀ ਔਰ ਰੋਜ਼ਗਾਰ ਦੇ ਸਾਧਨ ਪੈਦਾ ਕਰਨੇ। ਤੁਸੀਂ ਦੇਖੋ ਬਿਜਲੀ ਜਿਹੜੀ ਆ ਉਹ ਉੱਥੇ ਮੁਫਤ ਕੀਤੀ ਹੈ ਔਰ ਪੰਜਾਬ ਦੇ ਵਿੱਚ ਵੀ ਇੱਕ ਗਰੰਟੀ ਦਿੱਤੀ ਹੈ ਕਿ 300 ਯੂਨਿਟ ਪਰ ਮੰਥ ਜਿਹੜਾ ਉਹ ਫ੍ਰੀ ਕੀਤਾ ਜਾਊਗਾ। ਜਦੋਂ ਇਹ ਸੁਵਿਧਾਵਾਂ ਲੋਕਾਂ ਨੂੰ ਮਿਲਣਗੀਆਂ, ਇਨਫਰਾਸਟ੍ਰਕਚਰ ਜਿਹੜਾ ਉਹਨੂੰ ਡਿਵੈਲਪ ਕੀਤਾ ਜਾਊਗਾ, ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣਗੇ ਤੇ ਫਿਰ ਉਹ ਲੋਕਾਂ ਵਾਲੀ ਗੱਲ ਜਿਹੜੀ ਆ ਉਹ ਪਿਛਲਾ ਤੇ ਚਲੋ ਉਹਨਾਂ ਨੇ ਸੰਤਾਪ ਹੰਢਾ ਲਿਆ। 22 ਤੋਂ ਬਾਅਦ ਜਿਹੜਾ ਨਾ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਉਹਨਾਂ ਨੇ ਸੰਤਾਪ ਹੰਢਾਉਣ ਦੀ ਕੋਈ ਲੋੜ ਨਹੀਂ ਪਊਗੀ। ਡਿਵੈਲਪ ਜਿਹੜਾ ਪੰਜਾਬ ਹੋਊਗਾ, ਲੋਕ ਜਿਹੜੇ ਨੇ ਉਹਨਾਂ ਦਾ ਜੀਵਨ ਜਿਹੜਾ ਉਹ ਸੁਖਾਲਾ ਹੋਊਗਾ। ਦੇਖੋ ਮੈਂ ਇਹ ਸਮਝਣਾ ਕਿ 10 ਸਾਲ ਜਿਹੜੀ ਅਕਾਲੀ ਦਲ ਬੀਜੇਪੀ ਨੇ ਭੋਏ ਹਲਕੇ ਨੂੰ ਢਾਹ ਲਾਈ ਹੈ, ਚਾਹੇ ਉਹ 5 ਸਾਲ ਮਹਿਰੂਮ ਜਿਹੜੇ ਬੀਜੇਪੀ ਦੇ ਵਿਧਾਇਕ ਸੀਗੇ ਬਿਸ਼ੰਬਰ ਦਾਸ ਜੀ ਹੋਣ, ਚਾਹੇ ਜਿਹੜੇ ਉਸ ਤੋਂ ਬਾਅਦ ਸੀਮਾ ਦੇਵੀ ਜੀ ਹੋਣ, ਉਸ ਤੋਂ ਜ਼ਿਆਦਾ ਢਾਹ ਉਹ ਜਿੰਨਾ 10 ਸਾਲਾਂ ਤੋਂ ਉਹਨਾਂ ਨੇ ਨੁਕਸਾਨ ਕੀਤਾ ਨਾ, ਉਸ ਤੋਂ ਜ਼ਿਆਦਾ ਨੁਕਸਾਨ ਪਿਛਲੇ 4.5 ਸਾਲ ਦੇ ਵਿੱਚ ਕਾਂਗਰਸ ਦੇ ਮੌਜੂਦਾ ਵਿਧਾਇਕ ਸ਼੍ਰੀ ਜੋਗਿੰਦਰਪਾਲ ਜੀ ਕਰ ਚੁੱਕੇ ਆ। ਲੋਕਾਂ ਦਾ ਘਾਣ ਕਰ ਚੁੱਕੇ ਆ। 100 ਫੁੱਟ ਡੂੰਘਾ ਪਾਣੀ ਚਲਾ ਗਿਆ। ਲੋਕਾਂ ਦੀਆਂ ਐਗਰੀਕਲਚਰ ਲੈਂਡ ਜਿਹੜੀਆਂ ਨੇ ਉਹ ਖਰਾਬ ਹੋ ਚੁੱਕੀਆਂ ਨੇ। ਪਾਣੀ ਦਾ ਲੈਵਲ ਡਾਊਨ ਹੋਣਾ ਇਹ ਕੋਈ ਛੋਟੀ ਗੱਲ ਨਹੀਂ ਗੀ, ਇਹ ਬਹੁਤ ਵੱਡਾ ਘਾਣ ਆ। ਕੁਦਰਤੀ ਸੋਮਿਆਂ ਦੇ ਨਾਲ ਤੁਸੀਂ ਖਿਲਵਾੜ ਕਰ ਰਹੇ ਹੋ। 200 ਫੁੱਟ ਤੁਸੀਂ ਦਰਿਆਵਾਂ ਦੇ ਵਿੱਚੋਂ ਵਗਦੇ ਪਾਣੀਆਂ ਚੋਂ ਮਾਈਨਿੰਗ ਕਰ ਰਹੇ ਹੋ, ਰੇਤਾ ਬਜਰੀ ਕੱਢ ਰਹੇ ਹੋ ਔਰ ਲੋਕਾਂ ਦਾ ਜੀਵਨ ਜਿਹੜਾ ਉਨਾ ਹੀ ਔਖਾ ਕਰ ਰਹੇ ਹੋ। ਅੱਜ ਫਸਲਾਂ ਦਾ ਹਾਲ ਤੁਸੀਂ ਦੇਖ ਲਓ, ਬਜਾਏ ਐਗਰੀਕਲਚਰ ਜਿਹੜੀ ਇਹ ਪਰਪਸ ਆ ਉਹਨੂੰ ਡਿਵੈਲਪ ਕਰਨ ਦੇ, ਉਹਨੂੰ ਹੋਰ ਢਾਹ ਲਾਏਗੀ ਪਾਣੀ ਡੂੰਘੇ ਕਰਕੇ। ਚਾਹੀਦਾ ਤੇ ਸੀ ਕਿ ਇੱਥੇ ਕੋਈ ਜਿਸ ਤਰ੍ਹਾਂ ਸਾਰੇ ਦਾ ਸਾਰਾ ਐਗਰੀਕਲਚਰ ਬੇਸਡ ਏਰੀਆ ਸੀਗਾ, ਕੋਈ ਐਗਰੀਕਲਚਰ ਦਾ ਕੋਈ ਇੱਥੇ ਆਫਿਸ ਖੋਲ ਦੇ। ਉਧਰ ਤੇ ਕੋਈ ਕੰਮ ਕੀਤਾ ਨਹੀਂ। ਕਦੀ ਅੱਜ ਤੱਕ ਕੋਈ ਰੋਜ਼ਗਾਰ ਮੇਲਾ ਇੱਥੇ ਭੋਏ ਹਲਕੇ 'ਚ ਨਹੀਂ ਲੱਗਾ। ਅੱਜ ਤੱਕ ਕਦੀ ਕੋਈ ਕ੍ਰਿਸ਼ੀ ਦਾ ਕੋਈ ਲੋਕਾਂ ਨੂੰ ਟੈਕਨੀਕਸ ਦੱਸਣ ਦੇ ਬਾਰੇ ਕੋਈ ਇੱਥੇ ਕੈਂਪ ਨਹੀਂ ਲੱਗਾ। ਕੰਮ ਤੇ ਕਰਨ ਵਾਲੇ ਉਹ ਸੀਗੇ ਪਰ ਕੀਤਾ ਕੀ? ਰੇਤਾ ਬਜਰੀ ਪੁੱਟਿਆ ਤੇ ਸਾਡੇ ਕੁਦਰਤੀ ਸੋਮੇ ਖਰਾਬ ਕੀਤੇ, ਸਾਡਾ ਪਾਣੀ ਡੂੰਘਾ ਕੀਤਾ। ਇਹ ਪਿਛਲੇ 4.5 ਸਾਲ ਦੇ ਵਿੱਚ ਸਾਨੂੰ ਭੋਏ ਹਲਕੇ ਦੇ ਲੋਕਾਂ ਨੂੰ ਮਿਲਿਆ। ਇਹ ਜਿਹੜੀ ਗੱਲ ਹੈ ਨਾ, ਇਹ ਤੁਹਾਡਾ ਬੜਾ ਅੱਛਾ ਸਵਾਲ ਹੈ ਔਰ ਇਹਨੂੰ ਸਮਝਣ ਦੀ ਜ਼ਰੂਰਤ ਹੈ। ਮੈਂ ਤੁਹਾਨੂੰ ਇਸ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਇੱਕ ਚੀਜ਼ ਦੱਸਦਾ ਕਿ ਇੱਥੇ ਸਾਡਾ ਹਲਕਾ ਹੈ, ਇੱਥੇ ਗੰਨੇ ਦੀ ਖੇਤੀ ਹੁੰਦੀ ਹੈ। ਪਿੱਛੇ ਜੀ ਇੱਕ ਚੈਨਲ ਦੇ ਉੱਤੇ ਗੱਲਬਾਤ ਚੱਲਦੀ ਪਈ ਸੀ, ਮੈਨੂੰ ਸ਼ਾਮਲ ਕੀਤਾ ਉਹਨਾਂ ਨੇ। ਇਹ ਬੜਾ ਕੁਝ ਕਰ ਰਹੇ ਸੀ। ਉਹਦੇ 'ਚ ਕੀ ਹੈ ਕਿ ਗੰਨੇ ਦੀ ਜਿਹੜੀ ਪੇਮੈਂਟ ਹੈ ਉਹ 70% ਪੇਮੈਂਟ ਜਿਹੜੀ ਆ ਪੰਜਾਬ ਸਰਕਾਰ ਨੇ ਕਰਨੀ ਹੁੰਦੀ, 30% ਕਰਨੀ ਹੁੰਦੀ ਸੈਂਟਰ ਗਵਰਨਮੈਂਟ ਨੇ। ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਜਾਂਦਾ ਉਹ ਕਹਿੰਦੇ ਇਹ ਆਪਣਾ 70 ਨਹੀਂ ਦਿੰਦੇ, ਜਦੋਂ ਇਹਨਾਂ ਨੂੰ ਪੁੱਛਦੇ ਕਹਿੰਦੇ ਉਹ ਆਪਣਾ 30 ਨਹੀਂ ਦਿੰਦੇ। ਉਸੇ ਤਰੀਕੇ ਦੇ ਨਾਲ ਇਹਨਾਂ ਨੇ ਇੱਕ ਬੇਵਕੂਫ ਬਣਾਉਣ ਦਾ ਲੋਕਾਂ ਨੂੰ ਰੱਖਿਆ ਕਿ ਜਿਹੜੀ ਆਵਾਸ ਯੋਜਨਾ ਹੈ ਉਹਦੇ 'ਚ ਸੈਂਟਰ ਆਪਣਾ ਪੈਸਾ ਰਿਲੀਜ਼ ਨਹੀਂ ਕਰ ਰਿਹਾ। ਜਦੋਂ ਸੈਂਟਰ ਨਾਲ ਗੱਲ ਕਰੀਏ ਉਹ ਕਹਿੰਦੇ ਜੀ ਸਟੇਟ ਗਵਰਨਮੈਂਟ ਸਾਨੂੰ ਅਪਰੋਚ ਨਹੀਂ ਕਰ ਰਹੀ। ਇਹ ਇੱਕ ਬੇਵਕੂਫ ਬਣਾਉਣ ਦਾ ਤਰੀਕਾ। ਤੁਸੀਂ ਆਪਣੀ ਜਿਹੜੀ ਹਿੱਸੇ ਦੀ ਜ਼ਿੰਮੇਵਾਰੀ ਹੈ ਉਹਨੂੰ ਸਹੀ ਤਰੀਕੇ ਦੇ ਨਾਲ ਜਿਹੜੀ ਆ ਉਹਨੂੰ ਨਿਭਾਓ। ਜਿਹੜਾ ਜੋ ਕੁਝ ਤੁਸੀਂ ਕਰ ਸਕਦੇ ਹੋ ਕਰੋ, ਦੂਸਰੇ ਤੇ ਡਿਪੈਂਡੈਂਟ ਕਿਉਂ ਕਹਿੰਦੇ? ਜਦੋਂ ਤੁਸੀਂ ਮੈਨੀਫੈਸਟੋ ਆਪਣੇ ਜਾਰੀ ਕਰਦੇ ਹੋ ਜਿਹਦੇ 'ਚ ਤੁਸੀਂ ਇਹ ਗੱਲਾਂ ਕਰਦੇ ਹੋ ਕਿ ਅਸੀਂ ਇਹ ਕਰਾਂਗੇ ਉਹ ਕਰਾਂਗੇ, ਉਦੋਂ ਤਾਂ ਤੁਸੀਂ ਇੰਨੀ ਗੱਲ ਨਹੀਂ ਕਹਿੰਦੇ ਕਿ ਯਾਰ ਸੈਂਟਰ 'ਚ ਸਾਡੀ ਮਦਦ ਨਹੀਂ ਕਰੇਗੀ ਤਾਂ ਅਸੀਂ ਨਹੀਂ ਕਰ ਪਾਵਾਂਗੇ। ਜਾਂ ਉਦੋਂ ਇੰਨੀ ਗੱਲ ਕਹੋ, ਜਾਂ ਸੈਂਟਰ ਗਵਰਨਮੈਂਟ ਇੰਨੀ ਗੱਲ ਕਹੇ ਕਿ ਸਟੇਟ ਗਵਰਨਮੈਂਟ ਜੇ ਕੋਈ ਹੋਰ ਹੁੰਦੀ ਹੈ ਕਿ ਉਹ ਸਾਡੀ ਮਦਦ ਨਹੀਂ ਕਰੇਗੀ ਤੇ ਨਹੀਂ ਕਰ ਪਾਵਾਂਗੇ। ਉਦੋਂ ਤਾਂ ਬੜੀਆਂ ਗਰੰਟੀਆਂ ਦਿੰਦੇ ਨੇ, ਉਦੋਂ ਤਾਂ ਬੜੇ ਵਾਅਦੇ ਕਰਦੇ ਨੇ ਕਿ ਇਹ ਸਾਰਾ ਕੰਮ ਕੀਤਾ ਜਾਊਗਾ। ਇਹ ਲੋਕਾਂ ਨੂੰ ਸਿਰਫ ਇੱਕ ਬੇਵਕੂਫ ਬਣਾਉਣ ਦਾ ਤਰੀਕਾ। ਅਦਰਵਾਈਜ਼ ਇਹਨਾਂ ਨੇ ਕਦੀ ਇਹ ਸੋਚਿਆ ਹੀ ਨਹੀਂ, ਕਿਉਂਕਿ ਜੇ ਲੋਕਾਂ ਕੋਲ ਅੱਛੇ ਸਾਧਨ, ਅੱਛੇ ਘਰ ਰਹਿਣ ਨੂੰ ਹੋਣਗੇ, ਲੋਕਾਂ ਦੇ ਬੱਚੇ ਪੜ੍ਹੇ ਲਿਖੇ ਹੋਣਗੇ, ਲੋਕਾਂ ਦੇ ਬੱਚੇ ਰੋਜ਼ਗਾਰ ਕਰਨਗੇ ਤੇ ਫਿਰ ਉਹ ਆਪਣੇ ਹੱਕ ਮੰਗਣਗੇ। ਇਹੀ ਤੇ ਚਾਹੁੰਦੇ ਨੇ ਕਿ ਹੱਕ ਨਾ ਮੰਗਣ, ਸਾਡੇ ਤੇ ਆਸ਼ਰਿਤ ਰਹਿਣ। ਇਹਨਾਂ ਦੀ ਇੱਕ ਸੋਚ ਜਿਹੜੀ ਆ ਅੰਗਰੇਜ਼ਾਂ ਨਾਲੋਂ ਮੈਂ ਕਹਿੰਦਾ ਕਿ ਮਾੜੀ ਸੋਚ ਆ ਕਿ ਲੋਕਾਂ ਨੂੰ ਦਬਾ ਕੇ ਰੱਖੋ, ਲੋਕਾਂ ਦੇ ਸਿਰਫ ਸਾਡੇ ਅੱਗੇ ਹੱਥ ਜੁੜੇ ਰਹਿਣ, ਲੋਕ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਨਾ ਹੋਣ। ਇਹ ਇਸ ਚੀਜ਼ਾਂ ਕਰਕੇ ਸਾਰੇ ਜਿਹੜੇ ਪ੍ਰੋਪਗੈਂਡੇ ਕਰਦੇ ਨੇ। ਔਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਸਤੇ ਇੱਕ ਅਪੀਲ ਆਪਣੇ ਪੂਰੇ ਪੰਜਾਬੀਆਂ ਨੂੰ ਔਰ ਖਾਸ ਕਰਕੇ ਭੋਏ ਹਲਕੇ ਦੇ ਲੋਕਾਂ ਨੂੰ ਕਹਿਣਾ, ਮੈਂ ਇਹ ਸਮਝਦਾ ਕਿ 117 ਹਲਕਿਆਂ ਦੇ ਵਿੱਚ ਜੇ ਸਭ ਤੋਂ ਪਿਛੜਿਆ ਹਲਕਾ ਜੇ ਕੋਈ ਹੈਗਾ ਉਹ ਸਾਡਾ ਭੋਇਆ ਹਲਕਾ ਹੈ। ਔਰ ਮੈਂ ਹੱਥ ਜੋੜ ਕੇ ਸਾਰੇ ਭੋਏ ਹਲਕੇ ਦੇ ਨਿਵਾਸੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਆਓ 2022 ਦੇ ਵਿੱਚ ਇੱਕ ਨਵਾਂ ਪੰਜਾਬ ਸਿਰਜੀਏ। ਸਾਡੇ ਸੁਪਨਿਆਂ ਦਾ ਪੰਜਾਬ, ਸਾਡੇ ਬੱਚਿਆਂ ਦੇ ਫਿਊਚਰ ਦਾ ਪੰਜਾਬ, ਸਾਡੇ ਬਜ਼ੁਰਗਾਂ ਦੇ ਬੁਢਾਪੇ ਨੂੰ ਸੁਖਾਲੇ ਕਰਨ ਵਾਲਾ ਪੰਜਾਬ ਜਿਹੜਾ ਉਹਨੂੰ ਲੈ ਕੇ ਆਈਏ। ਜੋ ਸਿਰ ਸਾਡੇ ਮਾਣਯੋਗ ਸੈਂਟਰ ਦੇ ਲੀਡਰ ਸਾਡੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਦਿੱਲੀ ਦੇ ਮੌਜੂਦਾ ਮੁੱਖ ਮੰਤਰੀ, ਉਹ ਜੋ ਦਿੱਲੀ ਦੇ ਵਿੱਚ
ਪਿਛਲੇ 7 ਸਾਲ ਦੇ ਵਿੱਚ ਜਿਹੜਾ ਉਹਨਾਂ ਨੇ ਮਾਡਲ ਤਿਆਰ ਕਰਕੇ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ, ਆਓ ਅਸੀਂ ਵੀ ਉਹਨਾਂ ਸਹੂਲਤਾਂ ਨੂੰ ਲੈਣ ਦੇ ਭਾਗੀਦਾਰ ਬਣੀਏ। ਇਸ ਪੰਜਾਬ ਨੂੰ, ਆਪਣੇ ਹਲਕੇ ਨੂੰ ਜਿਹੜਾ ਉਹ ਅੱਗੇ ਲੈ ਕੇ ਜਾਈਏ। ਔਰ 2022 ਦੇ ਵਿੱਚ ਮੈਂ ਪੁਰਜੋਰ ਅਪੀਲ ਤੁਹਾਡੇ ਚਰਨਾਂ ਦੇ ਵਿੱਚ ਕਰਦਾ ਕਿ ਆਓ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਡਟ ਕੇ ਵੋਟਾਂ ਪਾਈਏ ਔਰ ਆਮ ਆਦਮੀ ਪਾਰਟੀ ਦੀ ਜਿਹੜੀ ਆ ਬਹੁਮਤ ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਬਣਾਈ ਜਾ ਸਕੇ, ਤਾਂ ਜੋ ਪੰਜਾਬ ਦੇ ਵਿੱਚ ਤੁਹਾਡੀ ਸੋਚ ਦੇ ਲੋਕ ਪੰਜਾਬ ਵਿਧਾਨ ਸਭਾ ਦੇ ਵਿੱਚ ਜਾਣ ਔਰ ਤੁਹਾਡੀਆਂ ਜਿਹੜੀਆਂ ਗੱਲਾਂ ਉੱਥੇ ਰੱਖਣ ਔਰ ਤੁਹਾਡੇ ਫਿਊਚਰ ਨੂੰ, ਤੁਹਾਡੇ ਆਉਣ ਵਾਲੀਆਂ ਨਸਲਾਂ ਦੇ ਫਿਊਚਰ ਨੂੰ ਸਿਕਿਉਰ ਕਰਨ ਔਰ ਇਸ ਪੰਜਾਬ ਨੂੰ ਜਿਹੜਾ ਨਾ